It's a budget that says yes to rebuilding Ontario's economy. It's just another example of a government that's completely out of touch with the daily struggles that folks have. We've now seen 4 years of incompetence from Doug Ford and his team. ਓਨਟੇਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਵੀਰਵਾਰ ਨੂੰ ਇੱਕ ਬਜਟ ਪੇਸ਼ ਕੀਤਾ ਜਿਸ ਵਿੱਚ ਕਈ ਅਹਿਮ ਫੈਸਲੇ ਲਿੱਤੇ ਗਏ ਹਨ। ਕਈ ਅਹਿਮ ਪਹਿਲੂ ਜਿਵੇਂ ਕਿ ਬਜਟ ਵਿੱਚ 198.6 ਬਿਲੀਅਨ ਡਾਲਰ ਖਰਚ ਕੀਤੇ ਗਏ ਹਨ। ਇਸ ਸਾਲ ਅਤੇ ਅਗਲੇ ਦਹਾਕਿਆਂ ਵਿੱਚ ਬੁਨਿਆਦੀ ਢਾਂਚੇ ਲਈ ਬਿਲੀਅਨ ਰੱਖੇ ਗਏ ਹਨ। ਦਸਤਾਵੇਜ਼ ਹਾਈਵੇ ਆਵਾਜਾਈ ਅਤੇ ਹਸਪਤਾਲਾਂ ਲਈ 10 ਸਾਲਾਂ ਵਿੱਚ 158.8 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇਕੱਲੇ ਇਸ ਸਾਲ ਲਈ ਬੁਨਿਆਦੀ ਢਾਂਚੇ ਖਰਚ ਕਰਨ ਲਈ ਤਕਰੀਬਨ 20 ਬਿਲੀਅਨ ਡਾਲਰ ਦਾ ਖਰਚਾ ਹੈ। ਅਲੱਗ-ਅਲੱਗ ਪਾਰਟੀਆਂ ਵੱਲੋਂ ਇਸ ਸੰਬੰਧ ਵਿੱਚ ਪ੍ਰਤੀਕਿਰਿਆ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਮੁਤਾਬਿਕ ਇਸ ਵਿੱਚ ਕਈ ਕਮੀਆਂ ਹਨ। concerning ਹੈਗੀ ਸਾਨੂੰ ਕਿ ਇਹ ਬਜਟ ਪਹਿਲਾਂ ਤਾਂ ਮਾਰਚ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਸੀ। ਫੋਰਡ ਸਰਕਾਰ ਨੇ ਉਹ ਡਿਲੇ ਕੀਤੀ ਸੀ ਪਰ ਹੁਣ ਜਿਹੜਾ ਅਸੀਂ ਬਜਟ ਦੇਖਿਆ ਕੋਈ ਗਾਰੰਟੀ ਨਹੀਂ ਹੈਗੀ ਕਿ ਈਵਨ ਆਫਟਰ ਦੀ ਇਲੈਕਸ਼ਨ ਇਹ ਜ਼ਿਆਦਾ ਕੱਟ ਨਹੀਂ ਕਰੋਗੇ ਸਾਡੇ ਹੈਲਥ ਕੇਅਰ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ। ਈਵਨ ਜਿਹੜਾ ਬਜਟ ਹੁਣ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਸਰਕਾਰ ਨੇ ਇੱਥੇ ਉਹਦੇ ਵਿੱਚ ਅਸੀਂ ਦੇਖਦੇ ਹਾਂ almost $2.7 billion worth of cuts to education and healthcare with inflation being kept in mind. So ਇਸ ਮੌਕੇ ਦੇ ਵਿੱਚ ਜਿਹੜਾ ਹੁਣ ਪੈਂਡੈਮਿਕ ਅਸੀਂ ਸਾਰਾ ਐਕਸਪੀਰੀਅੰਸ ਕੀਤਾ ਹੈ ਸਾਨੂੰ ਪਤਾ ਹੈ ਕਿ ਹੈਲਥ ਕੇਅਰ ਸਿਸਟਮ ਦੇ ਵਿੱਚ ਇਨਵੈਸਟਮੈਂਟ ਚਾਹੀਦੇ ਹੈ। ਜਿਹੜੇ ਸਾਡੇ ਫੋਰਨ ਵਰਕਰਸ ਆ ਜਿਹੜੇ ਸਾਡੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਸਪੋਰਟਸ ਚਾਹੀਦੀਆਂ ਅਟਰੈਕਟ ਕਰਨਾ ਚਾਹੀਦਾ ਇਸ ਪ੍ਰੋਵਿੰਸ ਨੂੰ ਐਂਡ ਅਨਫੋਰਚੂਨੇਟਲੀ ਇਸ ਬਜਟ ਦੇ ਵਿੱਚ ਅਸੀਂ ਉਹ ਇਨਵੈਸਟਮੈਂਟਸ ਐਂਡ ਪ੍ਰੋਮਿਸਿਸ ਦੇਖੇ ਨਹੀਂ। ਕਈ ਅਹਿਮ ਪਹਿਲੂਆਂ ਵੱਲ ਝਾਤ ਮਾਰੀ ਜਾਵੇ ਤਾਂ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅਗਲੇ ਦਹਾਕੇ ਦੇ 40 ਬਿਲੀਅਨ ਡਾਲਰ ਦੇ ਵੱਧ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਲਗਭਗ 27 ਬਿਲੀਅਨ ਦਾ ਪੂੰਜੀ ਫੰਡਿੰਗ ਸ਼ਾਮਲ ਹੈ। ਇੱਕ ਨਵਾਂ ਨਿੱਜੀ ਇਨਕਮ ਟੈਕਸ ਕ੍ਰੈਡਿਟ ਬਜ਼ੁਰਗਾਂ ਲਈ ਕੁਝ ਡਾਕਟਰ ਖਰਚਿਆਂ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਸੂਬਾ ਘੱਟ ਆਮਦਨ ਵਾਲੇ ਕਮੀਆਂ ਅਤੇ ਪਰਿਵਾਰਾਂ ਲਈ ਟੈਕਸ ਰਾਹਤ ਨੂੰ ਹੁਲਾਰਾ ਦੇਣ ਦੇ ਲਾਭ ਲਈ ਯੋਗ ਲੋਕਾਂ ਦੀ ਗਿਣਤੀ ਵਧਾਉਣ ਦਾ ਵਾਅਦਾ ਵੀ ਕਰ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਈਵੇ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਵਿਸਥਾਰ ਅਤੇ ਨਿਰਮਾਣ ਲਈ 10 ਸਾਲਾਂ ਵਿੱਚ 25.1 ਬਿਲੀਅਨ ਡਾਲਰ ਖਰਚੇਗੀ। ਸਰਕਾਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਟੋ ਬੀਮਾ ਨਿਯਮਾਂ ਨੂੰ ਬਦਲੇਗੀ। ਡਰਾਈਵਰਾਂ ਲਈ ਇੱਕ ਨਵਾਂ ਉਪਾਅ ਜੋ ਵਾਹਨ ਚਾਲਕਾਂ ਦੇ ਉਦੇਸ਼ ਨਾਲ ਕਈ ਪ੍ਰੀ ਬਜਟ ਘੋਸ਼ਣਾ ਵਿੱਚ ਵੀ ਸ਼ਾਮਿਲ ਸੀ। ਜਿਵੇਂ ਕਿ ਆਪਾਂ ਹਮੇਸ਼ਾ ਕਹਿੰਦੇ ਆ ਪੀਪਲ ਨੀਡ ਜੌਬਸ ਐਂਡ ਜੌਬਸ ਨੀਡ ਪੀਪਲ। ਠੀਕ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਵੀ ਆਰ ਲੁਕਿੰਗ ਫਾਰਵਰਡ ਟੂ ਲੋਟ ਆਫ ਪ੍ਰੋਸਪੈਰਿਟੀ। ਆਲਮੋਸਟ 158 ਬਿਲੀਅਨ ਡਾਲਰ ਦੀ ਜਿਹੜੀ ਹੈਗੀ ਹੈ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਔਰ ਜਿਹੜੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਉਹ ਕੰਸਟਰਕਸ਼ਨ ਵੀ ਹੋਣੀ ਹੈਗੀ ਹੈ। ਇਹ ਤੇ ਹੈ ਨਹੀਂ ਕੋਈ ਮੈਜਿਕ ਵੈਂਡ ਹੈਗਾ ਅਸੀਂ ਇੱਕ ਮਸ਼ੀਨ ਹੈਗੀ ਜਿਹਦੇ ਚ ਇੱਕ ਪਾਸੋਂ ਚੈੱਕ ਪਾਣਾ ਤੇ ਦੂਜੇ ਪਾਸੋਂ ਹਸਪੀਟਲ ਬਣ ਕੇ ਆ ਜਾਣਾ ਹੈਗਾ ਦੂਜੇ ਪਾਸੋਂ LRT ਬਣ ਕੇ ਆ ਜਾਣੀ ਹੈ ਦੂਜੇ ਪਾਸੋਂ ਸਭ ਬਣ ਕੇ ਆਣਾ। ਨਹੀਂ ਜਦ ਅਸੀਂ ਪ੍ਰੋਸੈਸ ਨੂੰ ਕਰਨਾ ਹੈਗਾ ਉਨੇ ਹੀ ਲੋਕਾਂ ਨੂੰ ਜੌਬ ਮਿਲਣੀ ਹੈਗੀ ਹੈ। ਉਹਨਾਂ ਲੋਕਾਂ ਨੇ ਅੱਗੇ ਉਹ ਖਰਚਾ ਕਰਨਾ ਖਰਚਾ ਕਰਕੇ ਉਹਨਾਂ ਨੇ ਵਾਪਸ ਸਰਕਾਰ ਨੂੰ ਦੇਣਾ ਹੈਗਾ। ਇੱਕ ਸਾਈਕਲ ਆਫ ਪ੍ਰੋਸਪੈਰਿਟੀ ਇਹ ਬਜਟ ਸ਼ੋ ਕਰਦਾ ਹੈਗਾ। ਬਜਟ ਇਲੈਕਸ਼ਨ ਦੇ ਹਿਸਾਬ ਨਾਲ ਥੋੜਾ ਜਿਹਾ ਆਇਆ ਹੈਗਾ ਟੂ ਸ਼ੋ ਫੰਡਿੰਗ। ਨਾਰਮਲੀ PC ਐਕਸਪੈਂਸਿਸ ਵਗੈਰਾ ਘਟਾਉਂਦੀ ਹੈ ਐਸ ਬਜਟ ਚ ਦੇ ਹੈਵ ਬੀਨ ਹੱਥ ਖੁੱਲਾ ਥੋੜਾ ਜਿਹਾ ਉਹਨਾਂ ਦਾ ਐਤਕੀ ਤੇ ਇਹਨਾਂ ਨੇ ਕੀਤਾ ਰਫਲੀ 198 ਬਿਲੀਅਨ ਡਾਲਰ ਜਿਹੜੇ ਤੁਹਾਡੇ ਹੈ ਨਾ ਉਹ ਇੰਫਰਾਸਟ੍ਰਕਚਰ ਵਾਸਤੇ ਹੈਗੇ ਹਾਈਵੇ ਵਗੈਰਾ ਜਾਂ ਹਾਈਵੇ 413 ਉਹਦੇ ਵਾਸਤੇ ਅਲਾਟ ਕੀਤੇ ਹੈ। 40 ਬਿਲੀਅਨ ਡਾਲਰ ਨੇ ਅਲਾਟ ਕੀਤਾ ਹੈਗਾ ਆਪਣਾ ਫॉर ਹਸਪੀਟਲ ਦਾ ਇੰਫਰਾਸਟ੍ਰਕਚਰ ਇੰਪਰੂਵ ਕਰਨ ਵਾਸਤੇ। 25 ਬਿਲੀਅਨ ਇਹਨਾਂ ਨੇ ਪਾਇਆ ਹੈਗਾ ਸੜਕਾਂ ਬ੍ਰਿਜ ਪੁਲ ਵਗੈਰਾ ਠੀਕ ਕਰਨ ਵਾਸਤੇ। ਤੇ ਆਪਣਾ ਜਿਹੜੀ ਆਪਣੇ ਆਮ ਬੰਦਿਆਂ ਨੂੰ ਜਿਹੜੀ ਟੈਕਸ ਰਿਲੀਫ ਥੋੜੀ ਜਿਹੀ ਦਿੱਤੀ ਇਹਨਾਂ ਨੇ ਕਿ ਜਿਹੜਾ ਇਫੈਕਟ ਹੋਏਗਾ ਜਿਹੜੇ ਬੰਦੇ ਹੈਗੇ ਇਨਕਮ 50,000 ਤੋਂ ਘੱਟ ਦੀ ਜਿਹਦੀ ਇਨਕਮ ਹੈ ਉਹਨਾਂ ਨੂੰ ਲਗਭਗ $300 ਦਾ ਟੈਕਸ ਤੋਂ ਬੈਨੀਫਿਟ ਆਏਗਾ। ਤੇ ਇਹਨਾਂ ਨੇ ਇਹ ਕੀਤਾ ਤੇ ਨਾਲੇ ਜਿਹੜੇ ਆਪਣੇ ਸੀਨੀਅਰਸ ਹੈ ਉਹਨਾਂ ਵਾਸਤੇ ਇਹਨਾਂ ਨੇ 25% ਐਲੀਜੀਬਲ ਜਿਹੜੇ ਐਕਸਪੈਂਸਿਸ ਹੋਣਗੇ ਉਹਦੇ ਉੱਪਰ ਇਹਨਾਂ ਨੂੰ ਰਿਫੰਡ ਮਿਲ ਜਾਏਗਾ। ਆਪੋਜੀਸ਼ਨ MPPs ਦਾ ਕਹਿਣਾ ਹੈ ਕਿ ਓਨਟੇਰੀਓ ਸਰਕਾਰ ਚੋਣਾਂ ਨੇੜੇ ਹੋਣ ਕਾਰਨ ਐਲਾਨ ਦਾ ਵਕਤ ਗਲਤ ਕਰ ਰਹੇ ਹਨ ਅਤੇ ਇਸ ਦਾ ਅਸਰ ਫੈਸਲੇ ਤੇ ਵੀ ਪੈ ਸਕਦਾ ਹੈ ਪਰ ਉਹਨਾਂ ਨੂੰ ਆਸ ਹੈ ਕਿ ਲੋਕ ਸਰਕਾਰ ਦੇ ਪਿਛਲੇ ਕੰਮਾਂ ਨੂੰ ਸਮਝਣਗੇ ਅਤੇ ਉਸ ਅਨੁਸਾਰ ਹੀ ਫੈਸਲੇ ਲੈਣਗੇ।
4 ਸਾਲਾਂ ਦੇ ਵਿੱਚ ਇੰਨੇ ਪਾਲਿਸੀਜ਼ ਲੈ ਕੇ ਆ ਸਕਦੇ ਸੀ ਅੱਗੇ। ਹੁਣ ਆਈ ਥਿੰਕ ਜਦ ਅਸੀਂ ਕਮਿਊਨਿਟੀ ਦੇ ਵਿੱਚ ਗੱਲ ਕਰਦੇ ਹਾਂ ਐਂਡ Ontarians ਦੇ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਬਹੁਤ ਡਿਫਿਕਲਟੀ ਹੈ ਟਰਸਟ ਹੁਣ ਇਹਦੇ ਗਵਰਨਮੈਂਟ ਦੇ ਵਿੱਚ, ਜਿਹੜਾ ਕਹਿੰਦੇ ਆ ਵਿਸ਼ਵਾਸ ਗਵਰਨਮੈਂਟ ਦੇ ਵਿੱਚ ਰੱਖਣੇ ਦਾ, ਕਿ ਜਿਹੜਾ ਹੁਣ ਇਲੈਕਸ਼ਨ ਤੇ ਪਹਿਲਾਂ ਬੜੇ ਪ੍ਰੋਮਿਸਿਸ ਬਣਾਉਣ ਲੱਗੇ ਆ, 4 ਸਾਲਾਂ ਦੇ ਵਿੱਚ ਇਹ ਕੁਝ ਕੀਤਾ ਨਹੀਂ ਹੈਗਾ ਇਹ ਫਾਈਲ ਤੇ। ਹੁਣ ਵੋਟ ਸਿਕਿਉਰ ਕਰਨੇ ਨੂੰ ਰੀਬੇਟਸ ਦੇਣ ਲੱਗੇ ਆ, ਪ੍ਰੋਮਿਸਿਸ ਬਣਾਉਣ ਲੱਗੇ ਆ। ਦੇਖੋ ਤਰੁਣ, ਜੇ ਕੋਈ ਵੀ ਮੰਨ ਲਓ ਅਗਰ ਇਹਨੂੰ ਅਸੀਂ ਕਹਿ ਦੋ, ਤੁਸੀਂ 15 ਦਿਨ ਪਹਿਲਾਂ ਵੀ ਕਹਿ ਦਿੰਦੇ ਜਾਂ 20 ਦਿਨ ਪਹਿਲਾਂ ਵੀ ਕਹਿ ਦਿੰਦੇ ਜਾਂ 25 ਦਿਨ ਪਹਿਲਾਂ ਵੀ ਅਸੀਂ ਇਸ ਨੂੰ ਕਹਿ ਦਿੰਦੇ, ਅਸੀਂ ਕਹਿੰਦੇ ਜੀ ਅਸੀਂ ਇਹ ਕਰਨਾ ਚਾਹੁੰਦੇ ਹਾਂ। ਹੁਣ $158 ਬਿਲੀਅਨ ਅਸੀਂ 20 ਦਿਨ ਚ ਤਾਂ ਨਹੀਂ ਖਰਚ ਕਰ ਦੇਣਾ ਸੀਗਾ, ਅਸੀਂ ਖਰਚ ਤੇ ਆਉਂਦੇ ਸਾਲਾਂ ਚ ਹੀ ਕਰਨਾ ਸੀਗਾ। ਸੋ ਕੋਈ ਵੀ ਜਿਹੜਾ ਬਜਟ ਹੁੰਦਾ ਹੈਗਾ ਇਹ ਫਾਰਵਰਡ ਲੁਕਿੰਗ ਸਟੇਟਮੈਂਟ ਹੁੰਦਾ ਹੈਗਾ, ਐਂਡ ਦਿਸ ਇਜ਼ ਅ ਫਾਰਵਰਡ ਲੁਕਿੰਗ ਸਟੇਟਮੈਂਟ। ਅਗਰ ਮੰਨ ਲਓ ਕੋਈ ਵੀ ਸਰਕਾਰ ਆਉਂਦੀ ਹੈਗੀ ਹੈ, ਉਹ ਹਰ ਸਰਕਾਰ ਜਿਹੜੀ ਹੈਗੀ ਹੈ ਇਟਸ ਅ ਕੰਟੀਨਿਊਸ ਪ੍ਰੋਸੈਸ। ਉਹ ਇਹ ਤੇ ਹੈ ਨਹੀਂ ਵੀ ਉਹ ਕਹਿੰਦੇ ਜੀ ਅਸੀਂ ਅੱਜ ਬਜਟ ਦਿੱਤਾ ਹੈ ਤੇ ਕੱਲ ਸ਼ਾਮ ਤੱਕ ਇਹ ਸਾਰਾ ਪੈਸਾ ਖਰਚ ਕਰ ਦੇਣਾ ਹੈਗਾ। ਸੋ ਆਈ ਐਮ ਨਾਟ ਸੇਇੰਗ ਕਿ ਕਿਉਂ ਦੂਜੀ ਪੋਲੀਟੀਕਲ ਪਾਰਟੀਜ਼ ਕ੍ਰਿਟੀਸਾਈਜ਼ ਕਰ ਰਹੀ ਨੇ, ਦੈਟਸ देयर ਜੌਬ ਟੂ ਕ੍ਰਿਟੀਸਾਈਜ਼। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਕਿ ਕੋਈ ਵੀ ਜਿਹੜੀ ਇਹੋ ਜਿਹੇ ਪਲੇਟਫਾਰਮ ਆਉਂਦੇ ਨੇ, ਵਾਅਦੇ ਕੀਤੇ ਜਾਂਦੇ ਨੇ, ਉਹ ਇਸ ਕਰਕੇ ਕੀਤੇ ਜਾਂਦੇ ਨੇ ਕਿ ਕੱਲ ਨੂੰ ਅਗਰ ਮੰਨ ਲਓ ਤੁਸੀਂ ਵੋਟ ਪਾਉਣ ਜਾਣੀ ਹੈ, ਤੁਹਾਨੂੰ ਅਗਰ ਇਹੀ ਨਹੀਂ ਪਤਾ ਵੀ ਅਸੀਂ ਕੀ ਤੁਹਾਨੂੰ ਕਹਿ ਰਹੇ ਹਾਂ, ਅਸੀਂ ਕੀ ਵਾਅਦਾ ਕਰ ਰਹੇ ਹਾਂ, ਅਸੀਂ ਕੀ ਕੰਮ ਕਰਾਂਗੇ, ਤੁਸੀਂ ਕਿਸ ਤਰੀਕੇ ਨਾਲ ਵੋਟ ਪਾ ਸਕਦੇ ਹੋ। ਦੇਖੋ ਜੀ, ਸਾਰੀ ਪਾਰਟੀਆਂ ਸੇਮ ਕਰਦੀਆਂ, ਕੋਈ ਫਰਕ ਨਹੀਂ ਹੈ। ਇਹਦਾ ਜਿਹੜੀ ਪਾਰਟੀ ਪਾਵਰਸ ਹੈਗੀ ਉਹਨੂੰ ਬਾਕੀਆਂ ਨੇ ਕੰਪਲੇਨ ਕਰਨੀ ਉਹਨਾਂ ਦੇ ਬਾਰੇ ਚ। ਜੇ ਲਿਬਰਲ ਹੁੰਦੀ ਉਹਨਾਂ ਨੇ ਵੀ ਇਹੀ ਕਰਨਾ ਸੀਗਾ, ਜੇ NDP ਹੁੰਦੀ ਉਹਨੇ ਵੀ ਇਹੀ ਕਰਨਾ ਸੀਗਾ, PCA ਨੇ ਵੀ ਇਹੀ ਕੀਤਾ। ਕਰਨਾ ਸਾਰਿਆਂ ਨੇ ਸੇਮ ਹੁੰਦਾ ਹੈਗਾ। ਸੋ ਪਰਸਨਲੀ ਮੈਂ ਜ਼ਿਆਦਾ ਇਸ ਚੀਜ਼ ਨੂੰ ਭਾਰ ਘੱਟ ਪਾਉਣਾ ਇਸ ਵੇਲੇ, ਕਿਉਂਕਿ ਮੇਰੇ ਹਿਸਾਬ ਨਾਲ ਉਹਦੀ ਸੈਂਸ ਬਣਦੀ ਨਹੀਂ ਹੈ। ਲੋਕਾਂ ਨਾਲ ਜਦ ਇਸ ਬਜਟ ਬਾਰੇ ਪੁੱਛਿਆ ਗਿਆ ਤਾਂ ਸਭ ਨੇ ਆਪਣੇ ਅਲੱਗ-ਅਲੱਗ ਵਿਚਾਰ ਸਾਂਝੇ ਕੀਤੇ। ਇਟਸ ਨਾਟ ਅਬਾਊਟ ਕਿ ਤੁਸੀਂ ਇੱਕ ਸਿਟੀ ਨੂੰ ਦੂਜੀ ਸਿਟੀ ਨਾਲ ਕੰਪੇਅਰ ਕਰਕੇ ਤੁਸੀਂ ਉਸ ਚੀਜ਼ ਦੇ ਬਾਰੇ ਸੋਚ ਰਹੇ ਹੋ ਕਿ ਇੱਕ ਜਗ੍ਹਾ ਦੇ ਵਿੱਚ ਮੰਨ ਲਓ 100 ਪੀਪਲ ਲਿਵ ਕਰ ਰਹੇ ਨੇ ਤੇ ਉਹਨਾਂ ਕੋਲ ਹਸਪੀਟਲ ਇੱਕ ਆ, ਤੇ ਦੂਸਰੀ ਜਗ੍ਹਾ ਦੇ ਉੱਤੇ 1000 ਬੰਦਾ ਰਹਿ ਰਿਹਾ ਤੇ ਉਹਨਾਂ ਕੋਲ ਵੀ ਇੱਕ ਹਸਪੀਟਲ ਆ, ਰਾਈਟ। ਸੋ ਉਹ ਡਿਪੈਂਡ ਕਰਦਾ ਹੈ ਕਿ ਜੇ ਉਹਨਾਂ ਨੇ ਕੁਝ ਇਨਫਰਾਸਟ੍ਰਕਚਰ ਬਿਲਡ ਕਰਨਾ ਆ, ਦੈਨ ਦੇ ਹੈਵ ਟੂ ਲੁੱਕ ਐਟ ਇਨ ਕਿ ਉੱਥੇ ਕਿੰਨੇ ਬੰਦੇ ਰਹਿ ਰਹੇ ਨੇ, ਇੱਕ ਬੰਦੇ ਪਿੱਛੇ ਕਿੰਨੇ ਡਾਕਟਰ ਉੱਥੇ ਕੰਮ ਕਰ ਰਹੇ ਆ। ਜਿੱਦਾਂ ਬਰੈਂਪਟਨ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਇਫ ਤੁਸੀਂ ਉੱਥੇ ਜਾਂਦੇ ਹੋ, ਉੱਥੇ ਵੇਟਿੰਗ ਟਾਈਮ ਹੈਗਾ ਐਟਲੀਸਟ ਲਾਈਕ 4 ਤੋਂ 5 ਘੰਟੇ ਦਾ। ਸੋ ਉਹ ਚੀਜ਼ਾਂ ਉਹਨਾਂ ਨੂੰ ਐਡਰੈਸ ਕਰਨੀਆਂ ਚਾਹੀਦੀਆਂ ਨੇ। I think they should make it where you're paying less rent for people. More people are paying more rent just to trying to survive and get by. If we had less rent, then we'd be able to have a few more bucks in our pocket. ਤਰੁਣ ਪੌਲ ਸਿੰਘ, ਓਮਨੀ ਨਿਊਜ਼, ਟੋਰਾਂਟੋ।